सत श्री अकाल, स्वागत है गौरव शुक्ला, मैं हां तुहाडे नाल। ਸਥਾਨਕ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਸ਼ਹਿਰਾਂ ਦੀ ਸਰਕਾਰ ਕਾਂਗਰਸ ਦੇ ਹੱਥ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਹੱਥ ਆਈ ਹੈ ਸ਼ਹਿਰਾਂ ਦੀ ਸਰਕਾਰ। ਜੀ ਹਾਂ, ਸਥਾਨਕ ਚੋਣਾਂ ਦੇ ਵਿੱਚ ਕਾਂਗਰਸ ਦੀ ਹੁੰਜਾਫੇਟ ਜਿੱਤ ਹੋਈ ਹੈ ਤੇ 7 ਨਗਰ ਨਿਗਮਾਂ ਦੇ ਵਿੱਚੋਂ 8 ਦੇ ਵਿੱਚ ਚੋਣਾਂ ਹੋਈਆਂ। 7 ਦੇ ਨਤੀਜੇ ਅੱਜ ਆ ਗਏ ਨੇ। ਮੋਹਾਲੀ ਦੇ ਭਲਕੇ ਆਉਣਗੇ ਤੇ 7 ਨਗਰ ਨਿਗਮਾਂ ਦੇ ਵਿੱਚੋਂ 6 ਦੇ ਉੱਤੇ ਕਾਂਗਰਸ ਨੇ ਕਲੀਨ ਸਵੀਪ ਕਰ ਦਿੱਤਾ ਹੈ। ਹੁਸ਼ਿਆਰਪੁਰ, ਅਬੋਹਰ, ਕਪੂਰਥਲਾ ਕਾਂਗਰਸ ਦੀ ਝੋਲੀ ਦੇ ਵਿੱਚ ਨੇ। ਬਟਾਲਾ, ਬਠਿੰਡਾ, ਪਠਾਨਕੋਟ ਨਿਗਮ ਵੀ ਕਾਂਗਰਸ ਨੇ ਜਿੱਤ ਲਈ ਨੇ। ਮੋਗਾ ਦੇ ਵਿੱਚ ਵੀ ਕਾਂਗਰਸ ਵੱਡੀ ਪਾਰਟੀ ਹੈ, ਪਰ ਹਾਲਾਂਕਿ ਬਹੁਮਤ ਤੋਂ ਅਜੇ ਦੂਰ ਹੈ। ਤਾਂ ਅੱਜ ਦੇ ਦਿਨ ਦੀ ਪੂਰੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ। ਪੂਰੇ ਦਿਨ ਦਾ ਨਿਚੋੜ ਹੈ ਕਿ ਕਾਂਗਰਸ ਨੇ ਸੱਤਾ ਤੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਕਾਬਿਜ਼ ਹੈ ਕਾਂਗਰਸ, ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਤੇ ਸਭ ਤੋਂ ਪਹਿਲਾਂ ਅਸੀਂ ਨਿਗਮਾਂ ਦਾ ਜ਼ਿਕਰ ਕਰ ਰਹੇ ਹਾਂ। 8 ਨਗਰ ਨਿਗਮਾਂ ਦੇ ਵਿੱਚ ਵੋਟਾਂ ਪਈਆਂ, ਨਤੀਜਿਆਂ ਦਾ ਇੰਤਜ਼ਾਰ ਮੋਹਾਲੀ ਦੇ ਵਿੱਚ। ਹਾਲਾਂਕਿ ਕੱਲ ਨੂੰ ਨਤੀਜੇ ਐਲਾਨੇ ਜਾਣਗੇ, ਪਰ ਬਾਕੀ ਦੇ 7 ਨਗਰ ਨਿਗਮ, ਹਰ ਇੱਕ ਨਗਰ ਨਿਗਮ ਤੇ ਨਜ਼ਰ ਮਾਰੋ, ਕਾਂਗਰਸ ਸਭ ਤੋਂ ਵੱਡੀ ਪਾਰਟੀ ਨਜ਼ਰ ਆਉਂਦੀ ਹੈ। 6 ਨਗਰ ਨਿਗਮਾਂ ਦੇ ਉੱਤੇ ਤਾਂ ਕਲੀਨ ਸਵੀਪ ਦੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਹੁੰਜਾਫੇਟ ਜਿੱਤ ਹਾਸਲ ਕੀਤੀ। ਵਨ ਸਾਈਡਡ ਮੁਕਾਬਲਾ ਬਣਾ ਦਿੱਤਾ ਤੇ ਮੇਅਰ 6 ਜਿਹੜੇ ਨਗਰ ਨਿਗਮ ਨੇ ਉਹਨਾਂ ਦੇ ਵਿੱਚ ਤਾਂ ਬਣਨ ਜਾ ਰਿਹਾ ਹੈ, ਪਰ ਮੋਗਾ ਦੇ ਵਿੱਚ ਪੇਚ ਫਸ ਗਿਆ ਹੈ। ਹਾਲਾਂਕਿ ਮੋਗਾ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਜ਼ਰੂਰ ਕਾਂਗਰਸ ਹੀ ਬਣ ਕੇ ਉੱਭਰੀ ਹੈ, ਪਰ ਬਹੁਮਤ ਤੋਂ ਅਜੇ ਦੂਰ ਹੈ। ਬਾਕੀ ਅਸੀਂ ਕਪੂਰਥਲਾ ਦਾ ਜ਼ਿਕਰ ਕਰੀਏ। ਪੰਜਾਬ ਦੇ ਵਿੱਚੋਂ 44 ਵਾਰਡ ਦੇ ਉੱਤੇ ਕਪੂਰਥਲਾ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਪਠਾਨਕੋਟ ਦੇ ਵਿੱਚ 50 ਦੇ ਵਿੱਚੋਂ 37 ਵਾਰਡਸ ਦੇ ਉੱਤੇ ਜਿੱਤ ਹਾਸਲ ਕੀਤੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਅਬੋਹਰ ਦੀ, ਤਾਂ ਅਬੋਹਰ ਦੇ ਵਿੱਚ ਤਾਂ 50 ਦੇ ਵਿੱਚੋਂ 49 ਜਿਹੜੀਆਂ ਸੀਟਾਂ ਨੇ ਕਾਂਗਰਸ ਨੇ ਜਿੱਤ ਲਈਆਂ ਨੇ। ਅਬੋਹਰ ਤਾਂ ਸੁਨੀਲ ਜਾਖੜ ਦਾ ਗੜ ਵੀ ਕਿਹਾ ਜਾਂਦਾ, ਜਾਖੜ ਪਰਿਵਾਰ ਦਾ ਗੜ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜੇਕਰ ਅਸੀਂ ਜ਼ਿਕਰ ਕਰੀਏ ਹੁਸ਼ਿਆਰਪੁਰ ਦੇ ਵਿੱਚ 50 ਚੋਂ 41 ਉਮੀਦਵਾਰ ਕਾਂਗਰਸ ਦੇ ਜਿੱਤੇ ਨੇ। ਮੋਗਾ ਦੇ ਵਿੱਚ 50 ਚੋਂ 20 ਉਮੀਦਵਾਰ ਕਾਂਗਰਸ ਦੇ ਜਿੱਤੇ ਨੇ। ਬਟਾਲਾ ਦੇ ਵਿੱਚ 50 ਚੋਂ 36 ਉਮੀਦਵਾਰ ਜਿੱਤ ਗਏ ਨੇ ਕਾਂਗਰਸ ਦੇ। ਕਪੂਰਥਲਾ ਦੇ ਵਿੱਚ 50 ਚੋਂ 45 ਉਮੀਦਵਾਰ ਕਾਂਗਰਸ ਦੇ ਜਿੱਤ ਚੁੱਕੇ ਨੇ। ਤਾਂ ਇਹ ਪੂਰਾ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ ਨਗਰ ਨਿਗਮਾਂ ਦਾ। ਉਸ ਤੋਂ ਬਾਅਦ ਹੁਣ ਨਗਰ ਕੌਂਸਲ ਦੀ ਵੀ ਤੁਹਾਨੂੰ ਬਿਲਕੁਲ ਸਹੀ ਸਟੀਕ ਪਿਕਚਰ ਦਵਾਂਗੇ ਕਿ ਨਗਰ ਕੌਂਸਲ ਦੇ ਵਿੱਚ ਕੀ ਹੋਇਆ। ਕੋਸ਼ਿਸ਼ ਹੋਏਗੀ ਹਰ ਇੱਕ ਨਗਰ ਕੌਂਸਲ ਦਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀ। ਨਗਰ ਕੌਂਸਲ ਦੇ ਵਿੱਚ ਵੀ ਕਾਂਗਰਸ ਦੀ ਹਨੇਰੀ ਸਾਫ਼ ਤੌਰ ਤੇ ਨਜ਼ਰ ਆਈ ਹੈ। 109 ਦੇ ਵਿੱਚੋਂ 102 ਕੌਂਸਲਰਾਂ ਦੇ ਉੱਤੇ ਤਸਵੀਰ ਸਾਫ਼ ਹੋ ਚੁੱਕੀ ਹੈ। 102 ਦੇ ਵਿੱਚੋਂ 74 ਕੌਂਸਲਰਾਂ ਦੇ ਉੱਤੇ ਕਾਂਗਰਸ ਨੇ ਬਿਲਕੁਲ ਵਨ ਸਾਈਡਡ ਮੁਕਾਬਲਾ ਕਰਦੇ ਹੋਏ ਕਬਜ਼ਾ ਕਰ ਲਿਆ ਹੈ। ਯਾਨੀ ਕਿ 74 ਕੌਂਸਲਰਾਂ ਦੇ ਉੱਤੇ ਕਲੀਅਰ ਹੋ ਗਿਆ ਨਗਰ ਕੌਂਸਲਾਂ ਦੇ ਵਿੱਚ ਕਿ ਕਾਂਗਰਸੀ ਪ੍ਰਧਾਨ ਬਣਨਗੇ। ਤਾਂ ਅਕਾਲੀ ਦਲ ਦੇ ਖਾਤੇ ਦੇ ਵਿੱਚ ਹੁਣ ਤੱਕ ਸਿਰਫ 5 ਕੌਂਸਲਾਂ ਆਈਆਂ ਨੇ। ਆਜ਼ਾਦ ਉਮੀਦਵਾਰਾਂ ਦਾ 11 ਕੌਂਸਲਾਂ ਦੇ ਉੱਤੇ ਦਬਦਬਾ, ਹਾਲਾਂਕਿ ਕਲੀਅਰ ਉਹਨਾਂ ਦੇ ਕੋਲ ਵੀ ਮੈਜੋਰਟੀ ਨਹੀਂ। 12 ਕੌਂਸਲਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਹੈ। ਇਹ ਪੂਰਾ ਨਿਚੋੜ ਨਿਊਜ਼ 18 ਪੰਜਾਬ ਦੀ ਟੀਮ, ਸਾਡੀ ਇੱਕ ਵੱਡੀ ਟੀਮ ਲੱਗੀ ਹੋਈ ਹੈ ਪੂਰੇ ਇਸ ਅੰਕੜੇ ਨੂੰ ਇਕੱਠਾ ਕਰਨ ਦੇ ਲਈ। ਤਾਂ 109 ਦੇ ਵਿੱਚੋਂ 104 ਕੌਂਸਲ ਦੇ ਉੱਤੇ ਤਸਵੀਰ ਸਾਫ਼ ਹੋ ਚੁੱਕੀ ਹੈ, ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। 104 ਦੇ ਵਿੱਚੋਂ ਜਿਹੜੇ 75 ਨੇ ਉੱਥੇ ਕਾਂਗਰਸ ਵੱਡੀ ਪਾਰਟੀ ਹੈ, ਜਿੱਤ ਹਾਸਲ ਕੀਤੀ ਹੈ। ਤੇ ਕੌਂਸਲਰ ਜਿਹੜੇ ਕਾਂਗਰਸ ਦੇ ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਪ੍ਰਧਾਨ ਬਣੇਗਾ। ਨਗਰ ਕੌਂਸਲ ਦੇ ਵਿੱਚ 109 ਦੇ ਵਿੱਚੋਂ 104 ਦੀ ਅਸੀਂ ਤਸਵੀਰ ਤੁਹਾਨੂੰ ਪੂਰੀ ਦੱਸ ਰਹੇ ਹਾਂ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕੁਝ ਥਾਵਾਂ ਦੇ ਉੱਤੇ ਅਕਾਲੀ ਦਲ ਵੀ ਨਜ਼ਰ ਆਇਆ। 75 ਕੌਂਸਲਾਂ ਦੇ ਉੱਤੇ ਕਾਂਗਰਸ ਨੇ ਕਬਜ਼ਾ ਕਰ ਲਿਆ। 13 ਕੌਂਸਲਾਂ ਦੇ ਉੱਤੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਯਾਨੀ ਕਿ ਉੱਥੇ ਇੱਕ ਦੁਚਿੱਤੀ ਵਾਲੀ ਸਥਿਤੀ ਜ਼ਰੂਰ ਹੈ। ਨਗਰ ਕੌਂਸਲ ਦੀ ਸਭ ਤੋਂ ਸਟੀਕ ਪਿਕਚਰ ਹੈ। ਅਸੀਂ ਤੁਹਾਨੂੰ ਇੱਕ ਨਗਰ ਕੌਂਸਲ ਦਾ ਹਾਲ ਵੀ ਦੱਸਾਂਗੇ। ਜੇਕਰ ਤੁਸੀਂ ਆਪਣੇ ਨਗਰ ਕੌਂਸਲ ਦਾ ਹਾਲ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਨਗਰ ਕੌਂਸਲ 'ਚ ਕਿੰਨੀਆਂ ਵਾਰਡਸ ਦੇ ਉੱਤੇ ਕਿੰਨੇ ਉਮੀਦਵਾਰ ਕਿਹੜੀ ਪਾਰਟੀ ਦੇ ਜਿੱਤੇ ਨੇ, ਤਾਂ ਹਰ ਇੱਕ ਅੰਕੜਾ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਪਰ ਇਹਨਾਂ ਜ਼ਰੂਰ ਦੱਸ ਦਈਏ ਕਿ ਕੁਝ ਥਾਵਾਂ ਦੇ ਉੱਤੇ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਨਜ਼ਰ ਆਇਆ, ਜਾਂ ਕਹੀਏ ਕਿ ਕਾਂਗਰਸ ਨੂੰ ਪਿੱਛੇ ਛੱਡਦਾ ਨਜ਼ਰ ਆਇਆ। ਉਹਨਾਂ ਦੇ ਵਿੱਚ ਮਜੀਠਾ ਹੈ, ਉਹਨਾਂ ਦੇ ਵਿੱਚ ਅਜਨਾਲਾ ਵੀ ਸ਼ਾਮਲ ਹੈ, ਜਿੱਥੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਕਾਂਗਰਸ ਤੋਂ ਜ਼ਿਆਦਾ ਜਿੱਤੇ ਨੇ, ਯਾਨੀ ਕਿ ਉੱਥੇ ਅਕਾਲੀ ਦਲ ਦਾ ਤੁਹਾਨੂੰ ਪ੍ਰਧਾਨ ਬਣਦਾ ਹੋਇਆ ਨਜ਼ਰ ਆ ਸਕਦਾ ਹੈ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ, ਬੀਜੇਪੀ, ਕੋਈ ਅਜਿਹੀ ਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਬੀਜੇਪੀ ਨਜ਼ਰ ਨਹੀਂ ਆਈ ਹੈ ਜਿੱਥੇ ਕੌਂਸਲ ਦੇ ਵਿੱਚੋਂ ਇੱਕ ਤਰੀਕੇ ਨਾਲ ਸਰਕਾਰ ਬਣਾ ਲੇ, ਯਾਨੀ ਕਿ ਇੱਕ ਤਰੀਕੇ ਨਾਲ ਪ੍ਰਧਾਨ ਆਪਣਾ ਚੁਣ ਲਵੇ। ਤਾਂ ਅਜਿਹੀ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਕਿਸੇ ਵੀ ਨਗਰ ਕੌਂਸਲ ਦੇ ਵਿੱਚ ਨਹੀਂ ਹੈ। ਤਾਂ ਮਜੀਠਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਕੁਝ ਹੀ ਪਲਾਂ ਦੇ ਵਿੱਚ ਵਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ, ਮੀਡੀਆ ਦੇ ਮੁਖਾਤਿਬ ਹੋਣਗੇ। ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੇ ਇਸ ਵਿਚਾਲੇ ਮੈਂ ਤੁਹਾਨੂੰ ਅਪਡੇਟ ਦੇਣਾ ਫਟਾਫਟ ਬਹੁਤ ਸਾਰੇ ਨਗਰ ਕੌਂਸਲਸ ਦਾ। ਸਮਰਾਲਾ ਦੇ ਵਿੱਚ 15 ਵਾਰਡ ਸੀ, 10 ਕਾਂਗਰਸ ਨੇ ਜਿੱਤ ਲਏ, 5 ਅਕਾਲੀ ਦਲ ਨੇ। ਦੁਰਾਹਾ ਦੇ ਵਿੱਚ 15 ਵਾਰਡ, ਜਿਨ੍ਹਾਂ ਦੇ ਵਿੱਚੋਂ 11 ਕਾਂਗਰਸ ਨੇ ਜਿੱਤ ਲਏ, 1 ਅਕਾਲੀ ਦਲ ਨੇ ਤੇ 1 ਆਮ ਆਦਮੀ ਪਾਰਟੀ ਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਜਗਰਾਉਂ ਦੇ ਵਿੱਚ 23 ਉਮੀਦਵਾਰ ਮੈਦਾਨ 'ਚ, 23 ਵਾਰਡ, ਜਿਨ੍ਹਾਂ ਦੇ ਵਿੱਚੋਂ 17 ਕਾਂਗਰਸ ਨੇ ਜਿੱਤ ਲਏ, 5 ਆਜ਼ਾਦ ਉਮੀਦਵਾਰ ਨੇ, 1 ਅਕਾਲੀ ਦਲ ਦਾ। ਰਾਏਕੋਟ ਦੇ ਵਿੱਚ 15 ਦੇ 15 ਵਾਰਡ, ਸਾਰੇ ਵਾਰਡ ਕਾਂਗਰਸ ਨੇ ਜਿੱਤ ਲਏ ਨੇ।
पायल दे विच 11 दे विचों 9 वार्ड कांग्रेस ने जित लए, 1 वार्ड अकाली दल दे कोल गया ते 1 सीट गई आजाद उम्मीदवार दे कोल। आनंदपुर साहब दे विच 13 सीटां ने, 13 ਦੀਆਂ 13 सीटां दे उत्ते आजाद उम्मीदवार जिते ने। यह भी तुहानूं दस दईए कि इत्थे कांग्रेस अपने पार्टी सिंबल ते चोण आनंदपुर साहब दे विच नहीं लड़ी सी। दीनानगर गुरदासपुर दा रुख करदा है, 15 ਦੇ ਵਿੱਚੋਂ 14 ਦੇ ਉੱਤੇ ਜਿੱਤ ਹਾਸਲ ਕੀਤੀ ਹੈ ਕਾਂਗਰਸ ਨੇ। ਦੀਨਾਨਗਰ ਦੇ ਵਿੱਚ ਵੀ ਜਿਹੜਾ ਬਿਲਕੁਲ ਤੁਸੀਂ ਕਹਿ ਸਕਦੇ ਹੋ ਵਨ ਸਾਈਡਡ ਮੁਕਾਬਲਾ, ਇੱਕ ਆਜ਼ਾਦ ਉਮੀਦਵਾਰ। ਉਸ ਤੋਂ ਬਾਅਦ ਕਾਦੀਆਂ 15 ਦੇ ਵਿੱਚੋਂ 6 ਦੇ ਉੱਤੇ ਕਾਂਗਰਸ, 7 ਦੇ ਉੱਤੇ ਅਕਾਲੀ ਦਲ। ਇੱਥੇ ਕਾਂਗਰਸ ਨੇ ਜਾਂ ਕਹੀਏ ਕਿ ਜਿਹੜੀ ਅਕਾਲੀ ਦਲ ਹੈ ਉਹ ਜ਼ਰੂਰ ਅੱਗੇ ਵਧਦੀ ਨਜ਼ਰ ਆਈ ਹੈ। ਕਾਂਗਰਸ ਅਕਾਲੀ ਦਲ ਨੂੰ ਪਿੱਛੇ ਛੱਡ ਨਹੀਂ ਸਕੀ ਜੋ ਹੁਣ ਤੱਕ ਦੀ ਸਾਡੇ ਕੋਲ ਜਾਣਕਾਰੀ ਹੈ। ਗਿੱਦੜਬਾਹਾ ਦਾ ਮੈਂ ਜ਼ਿਕਰ ਕਰਾਂ, 19 ਦੇ ਵਿੱਚੋਂ 18 ਸੀਟਾਂ ਜਿੱਤ ਲੀਆਂ ਨੇ ਕਾਂਗਰਸ ਨੇ। ਗਿੱਦੜਬਾਹਾ ਦੇ ਵਿੱਚ 1 ਸੀਟ ਆਜ਼ਾਦ ਉਮੀਦਵਾਰ ਦੇ ਕੋਲ। ਜ਼ੀਰਕਪੁਰ ਦੇ ਵਿੱਚ 31 ਸੀਟਾਂ ਸੀ, 31 ਦੇ ਵਿੱਚੋਂ 23 ਸੀਟਾਂ ਦੇ ਉੱਤੇ ਕਾਂਗਰਸ, 8 ਸੀਟਾਂ ਦੇ ਉੱਤੇ ਅਕਾਲੀ ਦਲ। ਮਲੇਰਕੋਟਲਾ 'ਚ 33 ਸੀਟਾਂ ਸੀ, 33 ਦੇ ਵਿੱਚੋਂ 21 ਕਾਂਗਰਸ, 8 ਅਕਾਲੀ ਦਲ, 2 ਬੀਜੇਪੀ, 1 ਆਮ ਆਦਮੀ ਪਾਰਟੀ ਤੇ 1 ਆਜ਼ਾਦ ਉਮੀਦਵਾਰ। ਮਲੇਰਕੋਟਲਾ ਦਾ ਹਾਲ ਹੈ। ਉਸ ਤੋਂ ਬਾਅਦ ਖੰਨਾ ਦੇ ਵਿੱਚ ਵੀ ਕਾਂਗਰਸ ਦਾ ਹੀ ਪ੍ਰਧਾਨ ਬਣਨ ਜਾ ਰਿਹਾ। ਖੰਨਾ ਨਗਰ ਕੌਂਸਲ ਦੇ ਵਿੱਚ 33 ਸੀਟਾਂ, 19 ਉਹਦੇ ਵਿੱਚੋਂ ਕਾਂਗਰਸ ਨੇ ਜਿੱਤੀਆਂ, 6 ਅਕਾਲੀ ਦਲ ਨੇ, 2 ਸੀਟਾਂ ਬੀਜੇਪੀ, 2 ਆਮ ਆਦਮੀ ਪਾਰਟੀ ਤੇ 4 ਆਜ਼ਾਦ ਉਮੀਦਵਾਰ ਜਿੱਤਦੇ ਨਜ਼ਰ ਆਏ ਨੇ। ਚਮਕੌਰ ਸਾਹਿਬ ਨਗਰ ਪੰਚਾਇਤ ਦਾ ਮੈਂ ਜ਼ਿਕਰ ਕਰਾਂ, 13 ਦੇ ਵਿੱਚੋਂ 9 ਕਾਂਗਰਸ ਨੇ ਜਿੱਤ ਲੀਆਂ, 4 ਆਜ਼ਾਦ ਉਮੀਦਵਾਰ ਨੇ। ਮੋਰਿੰਡਾ ਰੋਪੜ ਦਾ ਇੱਕ ਕਸਬਾ, 15 ਦੇ ਵਿੱਚੋਂ 7 ਜਿਹੜੀਆਂ ਕਾਂਗਰਸ ਨੇ ਜਿੱਤੀਆਂ, 8 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ। ਬਸੀ ਪਠਾਣਾ ਫਤਿਹਗੜ੍ਹ ਸਾਹਿਬ ਦਾ ਕਸਬਾ, 15 ਸੀਟਾਂ, 15 ਦੇ ਵਿੱਚੋਂ 9 ਸੀਟਾਂ ਕਾਂਗਰਸ ਨੇ ਜਿੱਤ ਲੀਆਂ, 2 ਸ਼੍ਰੋਮਣੀ ਅਕਾਲੀ ਦਲ ਨੇ, 1 ਆਮ ਆਦਮੀ ਪਾਰਟੀ ਅਤੇ 3 ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਨੇ ਜਿੱਤਿਆ। ਬਿਕਰਮ ਮਜੀਠੀਆ ਪਹੁੰਚ ਚੁੱਕੇ ਨੇ। ਜਿਵੇਂ ਪ੍ਰੈਸ ਕਾਨਫਰੰਸ ਉਹਨਾਂ ਦੀ ਸ਼ੁਰੂ ਹੁੰਦੀ ਹੈ ਅਸੀਂ ਫੌਰਨ ਰੁਕ ਕਰਾਂਗੇ। ਮੈਂ ਇਸ ਵਿਚਾਲੇ ਬਹੁਤ ਸਾਰੇ ਜਿਹੜੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਧੂਰੀ 21 ਵਾਰਡ ਸੀਗੇ, 21 ਵਾਰਡ ਦੇ ਵਿੱਚੋਂ 11 ਵਾਰਡ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇੱਥੇ ਖਾਤਾ ਨਹੀਂ ਖੋਲ ਸਕੇ। 2 ਸੀਟਾਂ ਆਮ ਆਦਮੀ ਪਾਰਟੀ ਕੋਲ ਧੂਰੀ ਦੇ ਵਿੱਚ ਗਈਆਂ ਨੇ, 8 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਜਿੱਤੇ ਨੇ। ਉਸ ਤੋਂ ਬਾਅਦ ਰੋਪੜ ਦੇ ਵਿੱਚ ਟੋਟਲ 21 ਸੀਟਾਂ, 21 ਦੇ ਵਿੱਚੋਂ 17 ਸੀਟਾਂ ਦੇ ਉੱਤੇ ਕਬਜ਼ਾ ਕੀਤਾ ਕਾਂਗਰਸ ਨੇ, ਜਦਕਿ 2 ਸੀਟਾਂ ਦੇ ਉੱਤੇ ਅਕਾਲੀ ਦਲ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ 2 ਸੀਟਾਂ ਤੇ ਆਜ਼ਾਦ ਉਮੀਦਵਾਰ ਹੈ। ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਖਾਤਾ ਉੱਥੇ ਨਹੀਂ ਖੁੱਲਿਆ। ਮੈਂ ਹੁਣ ਰੁਕ ਕਰ ਲੈਣਾ ਬਠਿੰਡਾ ਦਾ, ਤੁਹਾਨੂੰ ਹਾਲ ਦੱਸ ਦੇਣਾ। ਬਠਿੰਡਾ ਨਗਰ ਨਿਗਮ ਤਾਂ ਤੁਸੀਂ ਦੇਖ ਹੀ ਰਹੇ ਹੋ। ਬਠਿੰਡਾ ਦੇ ਭਾਈ ਰੂਪਾ ਦੇ ਵਿੱਚ 13 ਸੀਟਾਂ ਸੀ, 8 ਕਾਂਗਰਸ ਨੇ ਜਿੱਤ ਲੀਆਂ, 4 ਅਕਾਲੀ ਦਲ ਨੇ ਤੇ 1 ਬਹੁਜਨ ਸਮਾਜ ਪਾਰਟੀ ਨੇ। ਮਹਿਰਾਜ ਦਾ ਜ਼ਿਕਰ ਕਰਾਂ ਤਾਂ 13 ਸੀਟਾਂ ਸੀ, 10 ਕਾਂਗਰਸ ਨੇ ਜਿੱਤ ਲੀਆਂ, 1 ਅਕਾਲੀ ਦਲ ਨੇ ਤੇ 2 ਆਜ਼ਾਦ ਉਮੀਦਵਾਰ ਉੱਥੇ ਜਿੱਤੇ ਨੇ। ਮੌੜ ਮੰਡੀ ਦਾ ਜ਼ਿਕਰ ਕਰਾਂ ਤਾਂ 17 ਵਾਰਡ ਉੱਥੇ, ਉਹਨਾਂ ਦੇ ਵਿੱਚੋਂ 13 ਵਾਰਡ ਦੇ ਉੱਤੇ ਕਾਂਗਰਸ ਜਿੱਤ ਗਈ, 1 ਦੇ ਉੱਤੇ ਅਕਾਲੀ ਦਲ ਤੇ 3 ਆਜ਼ਾਦ ਉਮੀਦਵਾਰ ਜਿੱਤੇ ਨੇ। ਰਾਮਾ ਮੰਡੀ ਦੇ ਵਿੱਚ 15 ਟੋਟਲ ਸੀਟਾਂ, 11 ਕਾਂਗਰਸ ਨੇ ਜਿੱਤ ਲੀਆਂ, 2 ਅਕਾਲੀ ਦਲ ਤੇ 2 ਆਜ਼ਾਦ ਉਮੀਦਵਾਰ। ਸਿੱਧਾ ਰੁਕ ਕਰਦੇ ਆ ਪ੍ਰੈਸ ਕਾਨਫਰੰਸ ਬਿਕਰਮ ਮਜੀਠੀਆ ਦੀ ਦਾ। ਸਾਰਿਆਂ ਦਾ ਕੋਟਨ ਕੋਟ ਧੰਨਵਾਦ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਉਂਦਾ ਹੋਇਆ, ਗੁਰੂ ਸਾਹਿਬ ਨੇ ਜੋ ਅਪਾਰ ਬਖਸ਼ਿਸ਼ ਸਾਡੇ ਤੇ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਤੇ ਮਾਝੇ ਤੇ ਸਾਡੇ ਬਹਾਦਰ ਕੈਂਡੀਡੇਟਾਂ ਤੇ, ਉਹਨਾਂ ਨੂੰ ਗੁਰੂ ਸਾਹਿਬ ਦਾ ਕੋਟਨ ਕੋਟ ਮੈਂ ਧੰਨਵਾਦ ਕਰਦਾ ਹੈ ਸਾਰੇ ਕੈਂਡੀਡੇਟ ਸਾਹਿਬਾਨਾਂ ਵੱਲੋਂ। ਵੇਖੋ, ਇੱਕ ਗੱਲ ਤੁਹਾਨੂੰ ਰਿਅਲਾਈਜ਼ ਕਰਨੀ ਚਾਹੀਦੀ ਆ ਕਿ ਇਹ ਲੜਾਈ ਕੋਈ ਸਾਧਾਰਨ ਲੜਾਈ ਨਹੀਂ ਸੀ। ਲੜਾਈ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਹਿ ਸਕਦੇ ਹੋ ਜਦੋਂ ਲੋਕਾਂ ਤੇ ਕਿਸੇ ਤਰੀਕੇ ਦਾ ਦਬਾਅ ਨਾ ਹੋਵੇ, ਲੋਕਾਂ ਨੂੰ ਵੋਟ ਪਾਉਣ ਵੇਲੇ ਡਰ ਨਾ ਮਹਿਸੂਸ ਹੋ ਰਿਹਾ ਹੋਵੇ, ਲੋਕੀ ਆਪਦੇ ਖੁੱਲੇ ਦਿਲੀ ਨਾਲ ਵੋਟ ਪਾ ਸਕਣ। ਮੈਂ ਵਧਾਈ ਇਹਨਾਂ ਬਹਾਦਰ ਕੈਂਡੀਡੇਟਾਂ ਨੂੰ, ਮਾਝੇ ਦੇ ਬਹਾਦਰ ਲੋਕਾਂ ਨੂੰ ਇਸ ਲਈ ਦੇ ਰਿਹਾ ਕਿ ਲੱਖ ਪ੍ਰੈਸ਼ਰ ਦੇ ਬਾਵਜੂਦ, ਧੱਕੇਸ਼ਾਹੀ ਦੇ ਬਾਵਜੂਦ ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਬਚਾਉਣ ਵਾਸਤੇ, ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ
ਕਾਂਗਰਸ ਪਾਰਟੀ ਦੇ ਤਸ਼ੱਦਦ ਦਾ, ਧੱਕੇ ਦਾ ਸਾਹਮਣਾ ਕਰਦੇ ਹੋਏ ਇਸ ਚੋਣ ਪ੍ਰਕਿਰਿਆ 'ਚ ਹਿੱਸਾ ਲਿਆ। ਔਰ ਇਹ ਗੱਲ ਇਸ ਤੋਂ ਵੀ ਸਪਸ਼ਟ ਹੈ, ਦੇਖੋ ਕੋਈ 40% ਸੀਟਾਂ ਨੇ ਪੰਜਾਬ 'ਚ ਜਿੱਥੇ ਇਲੈਕਸ਼ਨ ਹੀ ਨਹੀਂ ਹੋਈ, ਇੱਕ ਤਰਫੇ ਫੈਸਲੇ ਸੁਣਾਤੇ ਗਏ, ਕਾਗਜ਼ ਤੱਕ ਨਹੀਂ ਦਾਖਲ ਕਰਨ ਦਿੱਤੇ ਗਏ। ਜੇ ਦਾਖਲ ਹੋ ਗਏ ਤੇ ਵਿਰੋਧੀ ਪਾਰਟੀਆਂ ਦੇ ਕਾਗਜ਼ ਉਡਾਤੇ ਗਏ। ਔਰ ਮੈਂ ਜੇ ਉਦਾਹਰਨ ਦੇ ਤੌਰ ਤੇ ਤੁਹਾਨੂੰ ਭਿੱਖੀਵਿੰਡ ਦਾ ਦਵਾਂ, ਦੇਖੋ ਕਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਉੱਥੇ ਰਹਿ ਗਈ। ਠੀਕ ਹੈ, ਅੱਜ ਅਸੀਂ ਸੀਟਾਂ 2 ਜਿੱਤੇ ਆ, ਮਗਰ ਇਲੈਕਸ਼ਨ ਕਿਹੜੀ ਰਹਿ ਗਈ ਜੇ 307 ਸਾਰੇ ਕੈਂਡੀਡੇਟਾਂ ਤੇ ਉੱਥੇ ਲੱਗ ਗਈ ਸੀ। ਪਹਿਲਾਂ ਤਾਂ ਉਹਨਾਂ ਨੇ ਜ਼ਮਾਨਤਾਂ ਲਈਆਂ, ਜਿੰਨਾ ਚਿਰ ਪ੍ਰਚਾਰ ਚੱਲਿਆ ਉਹ ਆਪਦੀ ਜ਼ਮਾਨਤਾਂ ਲੈਣ ਤੇ ਰਹੇ। ਅਖੀਰਲੇ 3 ਦਿਨ ਉਹਨਾਂ ਨੇ ਲੜਾਈ ਲੜੀ ਆ, ਔਰ ਫੇਰ ਵੀ ਮੈਂ ਸਮਝਦਾ 3 ਦਿਨ ਲੜਾਈ ਲੜ ਕੇ ਉਹਨਾਂ ਨੂੰ ਕੁਝ ਹਾਸਿਲ ਹੋਇਆ, ਪ੍ਰਾਪਤੀ ਮਿਲੀ ਆ। ਇਹ ਬਹੁਤ ਵੱਡੀ ਦਿਲੇਰਾਨਾ ਉਹਨਾਂ ਦੀ ਹਿੰਮਤ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ 307 ਮਜ਼ਾਕ ਨਹੀਂ ਹੈ ਜੀ, ਅਟੈਂਪਟ ਟੂ ਮਰਡਰ ਲੱਗ ਜਾਣੀ, ਫੇਰ ਲੜਾਈ ਲੜਨੀ। ਔਰ ਮੈਂ ਅੱਜ ਔਨ ਰਿਕਾਰਡ ਇਸ ਗੱਲ ਤੇ ਵੀ ਲਿਆਉਣਾ ਕਿ ਮੈਨੂੰ ਪਤਾ ਹੈ ਮੈਂ ਉਹਨਾਂ ਅਫਸਰਾਂ ਦਾ ਅੱਜ ਜੇ ਧੰਨਵਾਦ ਕਰੂੰਗਾ ਤੇ ਉਹਨਾਂ ਅਫਸਰਾਂ ਦੀ ਸਵੇਰੇ ਛੁੱਟੀ ਹੋ ਜਾਣੀ, ਮਗਰ ਜੇ ਮੈਂ ਧੰਨਵਾਦ ਨਾ ਕੀਤਾ ਤੇ ਮੈਂ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੇ ਭੱਜ ਰਿਹਾ ਹੋਊਗਾ। ਵੇਖੋ ਸਾਡੇ ਜਿਹੜੇ ਰਿਟਰਨਿੰਗ ਅਫਸਰ ਸਨ, ਮਜੀਠੇ ਦੇ, ਅਜਨਾਲੇ ਦੇ, ਰਮਦਾਸ ਦੇ, ਸ਼੍ਰੀ ਹਰਗੋਬਿੰਦਪੁਰ ਦੇ, ਕਾਦੀਆਂ ਦੇ, ਧਾਰੀਵਾਲ ਦੇ, ਜੰਡਿਆਲਾ ਗੁਰੂ ਦਾ ਮੈਂ ਜ਼ਿਕਰ ਕੀਤਾ। ਇੱਥੇ ਸਾਰੀ ਜਗ੍ਹਾ ਮੈਨੂੰ ਗੱਲ ਕਰਨੀ ਪਈ ਔਰ ਅਫਸਰ ਸਾਹਿਬਾਨਾਂ ਨੂੰ ਇਹ ਬੇਨਤੀ ਕਰਨੀ ਪਈ ਕਿ ਬਈ ਧੱਕਾ ਨਾ ਕਰਿਓ, ਭਿੱਖੀਵਿੰਡ ਵਾਲਾ ਕੰਮ ਨਾ ਹੋਵੇ ਜਾਂ ਜਲਾਲਾਬਾਦ ਵਾਲਾ ਕੰਮ ਇੱਥੇ ਨਾ ਕਰੋ। ਔਰ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ 'ਚ ਗੱਲ 'ਚ ਗੂਠ ਦਿੱਤਾ ਹੋਇਆ ਸੀ ਕਿ ਕਾਗਜ਼ ਰਿਜੈਕਟ ਕਰੋ, ਕੋਈ ਆਨੇ ਬਹਾਨੇ ਨਾਲ, ਮਗਰ ਉਹ ਕਾਗਜ਼ ਰਿਜੈਕਟ ਨਹੀਂ ਹੋਏ ਤੇ ਇਲੈਕਸ਼ਨ ਹੋਈ। ਔਰ ਉਸ ਇਲੈਕਸ਼ਨ ਦੇ ਰਿਜ਼ਲਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ, ਮੈਂ ਕਹਿ ਸਕਦਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਰੂਲਿੰਗ ਪਾਰਟੀਆਂ ਇਲੈਕਸ਼ਨਾਂ ਜਿੱਤਦੀਆਂ ਹੁੰਦੀਆਂ ਨੇ ਆਪਦੇ ਧੱਕੇ ਦੇ ਜ਼ੋਰ ਨਾਲ, ਆਪਦੇ ਪੈਸੇ ਦੇ ਜ਼ੋਰ ਨਾਲ, ਆਪਣੇ ਸਰਕਾਰ ਦੇ ਆਪਣਾ ਵਿਭੋਗ ਕਰਕੇ, ਆਪਣਾ ਪੁਲਿਸ ਦਾ, ਆਪਣਾ ਐਕਸਾਈਜ਼ ਮਹਿਕਮੇ ਦਾ, ਵੱਖ-ਵੱਖ ਮਹਿਕਮੇ ਨੂੰ ਵਰਤੋਂ ਕਰਕੇ ਉਹ ਇਲੈਕਸ਼ਨ ਜਿੱਤਦੇ ਆ। ਰੂਲਿੰਗ ਪਾਰਟੀਆਂ ਜਿੱਤਦੀਆਂ ਰਹੀਆਂ ਨੇ, ਮਗਰ ਵੱਡੀ ਗੱਲ ਹੈ ਕਿ ਸਿਲਵਰ ਲਾਈਨਿੰਗ ਕੀ ਹੈ ਕਿ ਇਹ ਸਾਰੀ ਚੀਜ਼ ਦੇ ਹੋਣ ਦੇ ਬਾਵਜੂਦ ਬਹਾਦਰ ਲੋਕਾਂ ਨੇ, ਮਾਝਿਆਂ ਦੇ ਨੇ ਲੜਾਈ ਲੜੀ। ਮੈਂ ਵਧਾਈ ਦੇਣਾ ਚਾਹੁੰਦਾ ਅਜਨਾਲਾ ਸਾਹਿਬ ਨੂੰ ਕਿ 15 ਸੀਟਾਂ ਚੋਂ 8 ਸੀਟਾਂ ਅੱਜ ਮੈਜੋਰਿਟੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ। ਇਸੇ ਤਰ੍ਹਾਂ ਆ ਬੈਠੇ ਆ ਸਾਡੇ ਮਾਲ ਸਾਹਿਬ, ਜਿਨ੍ਹਾਂ ਨੇ ਕਾਦੀਆਂ ਦੀ ਲੜਾਈ ਲੜੀ ਹੈ। ਤੁਸੀਂ ਹੈਰਾਨ ਹੋਵੋਗੇ, 2 ਕੈਂਡੀਡੇਟਾਂ ਤੇ ਪਰਚੇ ਤਾਂ ਜਿਸ ਦਿਨ ਉਹਨੇ ਕਾਗਜ਼ ਭਰੇ ਉਸ ਦਿਨ ਹੀ ਦਰਜ ਹੋ ਗਏ। 300 ਕਿਹੜੀ ਲਾਈ ਜੀ? 307 ਲਾਈ ਜੀ। 307 452 ਕਿਹੜੀ ਲਾਈਆਂ, ਤੇ ਫੇਰ ਵੀ 8 ਸੀਟਾਂ ਉੱਥੇ ਜਿੱਤ ਕੇ ਮੈਜੋਰਿਟੀ ਕਾਦੀਆਂ 'ਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਹੈ। ਇਸੇ ਤਰ੍ਹਾਂ ਸ਼੍ਰੀ ਹਰਗੋਬਿੰਦਪੁਰ 'ਚ ਦੇਖੋ ਸਾਡਾ ਮੁੱਖ ਮਕਸਦ ਸੀ ਕਿ ਕਾਂਗਰਸ ਦੇ ਸਿੰਬਲ ਨੂੰ ਹਰਾਉਣਾ। ਸ਼੍ਰੋਮਣੀ ਅਕਾਲੀ ਦਲ ਤੇ ਕੁਝ ਇੰਡੀਪੈਂਡੈਂਟ ਨੇ ਰਲ ਕੇ ਇਲੈਕਸ਼ਨ ਲੜੀ। ਅੱਜ ਕਾਂਗਰਸ ਸ਼੍ਰੀ ਹਰਗੋਬਿੰਦਪੁਰ ਵੀ ਹਾਰੀ। ਔਰ ਇਸੇ ਤਰ੍ਹਾਂ ਕੁਝ ਹੋਰ ਸੀਟਾਂ 'ਚ ਜੇ ਮੈਂ ਮਾਝੇ ਦੀ ਓਵਰਆਲ ਗੱਲ ਕਰਾਂ ਤੇ 67 ਸੀਟਾਂ ਤੇ ਇਲੈਕਸ਼ਨ ਹੋਈ ਹੈ। 67 ਚੋਂ 39 ਸੀਟਾਂ ਕਾਂਗਰਸ ਜਿੱਤਦੀ ਆ, 25 ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ, ਤੇ ਜਿੰਨੀਆਂ ਦੂਜੀਆਂ ਪਾਰਟੀਆਂ ਨੇ, ਚਾਹੇ ਉਹ ਆਪ ਹੈ, ਚਾਹੇ ਭਾਜਪਾ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਡੈਮੋਕ੍ਰੈਟਿਕ ਹੈ, ਉਹਨਾਂ ਦੇ ਖਾਤੇ 0 ਸੀਟਾਂ। ਇਹਦਾ ਮਤਲਬ ਕੀ ਨਿਕਲਿਆ ਕਿ ਇੰਨੀ ਤਸ਼ੱਦਦ, ਧੱਕੇਸ਼ਾਹੀ ਦੇ ਬਾਅਦ ਵੀ ਅੱਜ ਬਹਾਦਰ ਮਾਝੇ ਦੇ ਲੋਕਾਂ ਨੇ ਇਸ ਲੜਾਈ 'ਚ ਆਪ ਦਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਇੱਕ ਬੜੀ ਇੰਪੋਰਟੈਂਸ ਆਪ ਦੀ ਪ੍ਰੈਜ਼ੈਂਸ ਦਾਖਲ ਕੀਤੀ ਹੈ। ਉਹਦਾ ਜ਼ਿਕਰ ਕੀਤਾ ਉਹਦਾ। ਔਰ ਮੈਂ ਅਖੀਰ 'ਚ ਇਹ ਵੀ ਜ਼ਰੂਰ ਕਹੂੰਗਾ, ਦੇਖੋ ਮੇਰੇ ਕੋਲ ਤਾਂ ਯੋਗ ਲਫ਼ਜ਼ ਨਹੀਂ ਕਿ ਮੈਂ ਮਜੀਠੇ ਹਲਕੇ ਵਾਲੇ ਆਪਣੇ ਭਰਾਵਾਂ ਭੈਣਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ।
ਮੈਨੂੰ ਵੀ ਪਤਾ ਸੀ ਇਹਨਾਂ ਦੇ ਕਾਗਜ਼ ਰੱਦ ਕਰਾਉਣ ਲਈ ਤਾਂ ਹਰ ਟਿੱਲ ਦਾ ਜ਼ੋਰ ਲੱਗਿਆ। ਚੰਡੀਗੜ੍ਹ ਤੱਕ ਤੋਂ ਵਜ਼ੀਰਾਂ ਦੇ ਫੋਨ ਆਉਂਦੇ ਰਹੇ, ਅਫਸਰ ਤਗੜੇ ਰਹੇ ਔਰ ਚੋਣ ਹੋਈ ਅੱਜ 13 ਚੋਂ 10 ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਗੁਰੂ ਦੀ ਬਖਸ਼ਿਸ਼ ਨਾਲ ਲੋਕਾਂ ਦੇ ਪਿਆਰ ਸਦਕੇ ਜਿੱਤੇ ਆ। ਇੱਕ ਇੰਡੀਪੈਂਡੈਂਟ ਜਿੱਤਿਆ ਤੇ ਕੇਵਲ ਦੋ ਕਾਂਗਰਸ ਦੇ ਕੈਂਡੀਡੇਟ ਉੱਥੋਂ ਜਿੱਤੇ। ਇਹ ਤਾਂ ਮਾਝੇ ਦੀਆਂ ਸੀਟਾਂ ਦਾ ਮੈਂ ਤੁਹਾਨੂੰ ਜਿਹੜਾ ਨਿਚੋੜ ਕੱਢਿਆ। ਬਾਕੀ ਵੀ ਇੱਕ ਗੱਲ ਤਾਂ ਅੱਜ ਦੀ ਇਲੈਕਸ਼ਨ ਨੇ ਸਾਬਤ ਕਰਤੀ ਆ ਕਿ ਜਿਹੜੀ ਅਗਲੀ 2022 ਦੀ ਜਿਹੜੀ ਚੋਣ ਹੋਣੀ ਹੈ ਦੋ ਪਾਰਟੀਆਂ ਦੇ ਵਿਚਕਾਰ ਹੋਣੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ। ਔਰ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਜਿਹੜੀ ਪਾਰਟੀ ਵੀ ਰਨਰ ਅਪ ਆਉਂਦੀ ਹੈ ਇਹਨਾਂ ਚੋਣਾਂ 'ਚ ਅਸੈਂਬਲੀ ਇਲੈਕਸ਼ਨ 'ਚ ਉਹ ਕਾਮਯਾਬ ਹੁੰਦੀ ਹੈ। ਰਿਕਾਰਡ ਕੱਢ ਲਓ, ਪਿਛਲਾ ਇਤਿਹਾਸ ਕੱਢ ਲਓ, ਇਹ ਇਤਿਹਾਸ ਦੱਸਦਾ। ਦੂਜੀ ਗੱਲ, ਜਿਹੜੀਆਂ ਹੋਰ ਪਾਰਟੀਆਂ ਸੀ ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਚਾਹੇ ਉਹ ਆਪ ਸੀ, ਭਾਜਪਾ ਸੀ, ਸੈਡ ਡੈਮੋਕ੍ਰੈਟਿਕ ਸੀ, ਉਹਨਾਂ ਦੇ ਰਿਜ਼ਲਟ ਹੀ ਦੱਸਦੇ ਕਿ ਉਹਨਾਂ ਨੂੰ ਸਾਰੇ ਪੰਜਾਬ 'ਚੋਂ ਉਹਨਾਂ ਦਾ ਕੀ ਹਾਲ ਬਣਿਆ। ਔਰ ਮੈਂ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਨਹੀਂ, ਮਗਰ ਦਿਨਕਰ ਗੁਪਤਾ ਜੀ ਨੂੰ, ਪੰਜਾਬ ਪੁਲਿਸ ਨੂੰ, ਵਿਨੀ ਮਹਾਜਨ ਜੀ ਨੂੰ ਇੱਕ ਗੱਲ ਦੀ ਵਧਾਈ ਦਿੰਦਾ ਕਿ ਅੱਜ ਕਾਂਗਰਸ ਨੂੰ ਖੜਾ ਰੱਖਣ 'ਚ ਤੁਹਾਡੀ ਭੂਮਿਕਾ ਕੋਈ ਭੁਲਾ ਨਹੀਂ ਸਕਦਾ। ਨਾ ਸੋਨੀਆ ਗਾਂਧੀ ਭੁਲਾ ਸਕਦੀ ਹੈ ਤੇ ਨਾ ਰਾਹੁਲ ਗਾਂਧੀ ਭੁਲਾ ਸਕਦਾ। ਜਿਹੜਾ ਕੰਮ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਹੀਂ ਕਰ ਸਕੇ, ਉਹ ਕੰਮ ਦਿਨਕਰ ਗੁਪਤਾ ਜੀ ਤੇ ਵਿਨੀ ਮਹਾਜਨ ਜੀ ਨੇ ਅੱਜ ਕਾਂਗਰਸ ਪਾਰਟੀ ਲਈ ਕਰਕੇ ਦਿੱਤਾ। ਇਸ ਲਈ ਪੰਜਾਬ ਪੁਲਿਸ ਨੂੰ ਵਧਾਈ, ਐਕਸਾਈਜ਼ ਮਹਿਕਮੇ ਨੂੰ ਵਧਾਈ, ਵੇਟ ਐਂਡ ਮੈਜਰ ਮਹਿਕਮੇ ਨੂੰ ਵਧਾਈ, ਇਸੇ ਤਰ੍ਹਾਂ ਬਿਜਲੀ ਬੋਰਡ ਦੇ ਮਹਿਕਮੇ ਨੂੰ ਵਧਾਈ ਕਿ ਜੇ ਇਹ ਅਫਸਰ ਸਾਹਿਬਾਨ ਹਿੰਮਤ ਨਾਲ ਆਪ ਦਾ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰਦੇ ਤੇ ਸ਼ਾਇਦ ਇਹ ਸੀਟਾਂ ਵੀ ਕਾਂਗਰਸ ਦੇ ਖੇਮੇ 'ਚ ਨਹੀਂ ਆਉਂਦੀਆਂ। ਅੱਗੇ ਇੱਕ ਬੜਾ ਵੱਡਾ ਸੰਕੇਤ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਇਲੈਕਸ਼ਨ ਨੇ ਦਿੱਤਾ ਹੈ। ਦੇਖੋ, ਦੋ ਕੈਂਡੀਡੇਟ, ਇੱਕ ਮੋਗੇ ਦੇ ਕਾਂਗਰਸ ਦੇ ਐਮਐਲਏ, ਉਹਨਾਂ ਦੀ ਮਿਸਿਸ ਇਲੈਕਸ਼ਨ 'ਚ ਹਾਰ ਰਹੀ ਹੈ। ਇਹ ਤੋਂ ਵੱਡਾ ਸੰਕੇਤ ਕੀ ਹੋ ਸਕਦਾ ਹੈ? ਸਿਟਿੰਗ ਐਮਐਲਏ ਦੀ ਵਾਈਫ ਦਾ ਹਾਰਨਾ ਇੱਕ ਕਲੀਅਰ ਇੰਡੀਕੇਸ਼ਨ ਹੈ ਕਿ ਉਹ ਲੋਕਾਂ ਦਾ ਕੀ ਮਨ ਬਣਿਆ ਹੋਇਆ। ਔਰ ਦੂਜਾ, ਇਹਨਾਂ ਦੇ ਟੈਕਨੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਚੰਨੀ ਸਾਹਿਬ, ਉਹਨਾਂ ਦੇ ਬ੍ਰਦਰ ਦਾ ਹਾਰਨਾ, ਇਹ ਵੀ ਇੱਕ ਬੜਾ ਕਲੀਅਰ ਇੰਡੀਕੇਸ਼ਨ ਹੈ ਕਿ ਲੋਕ ਕਿੰਨੇ ਕਾਂਗਰਸ ਤੋਂ ਦੁਖੀ ਹੈ। ਇਸੇ ਤਰ੍ਹਾਂ ਕਈ ਜਿਹੜੇ ਰਿਜ਼ਲਟ ਮੇਰੇ ਕੋਲ ਆਏ ਆ, ਜਿਵੇਂ ਬਰੇਟਾ ਦਾ ਮੈਂ ਜ਼ਿਕਰ ਕੀਤਾ, ਬੋਹਾ ਹੋ ਗਿਆ, ਹੋਰ ਕਈ ਮੰਡੀਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਜੋਰਿਟੀ ਮਿਲ ਰਹੀ ਹੈ। ਔਰ ਮੈਂ ਸਮਝਦਾ ਕਿ ਅੱਜ ਮੈਂ ਪ੍ਰੈਸ ਕਾਨਫਰੰਸ ਵੇਖ ਰਿਹਾ ਸੀ, ਜਾਖੜ ਸਾਹਿਬ ਆਪ ਦੀ ਪਿੱਠ ਬੜੀ ਥਪਥਪਾ ਰਹੇ ਸੀ। ਮੈਨੂੰ ਹੈਰਾਨਗੀ ਹੋਈ ਜਾਖੜ ਸਾਹਿਬ ਕਿ ਚਲੋ ਅੱਜ ਇੱਕ ਹੀ ਐਲਾਨ ਕਰ ਦਿਓ। ਮੈਂ ਇਹ ਜਿੱਤ ਦੀ ਜੇ ਤੁਹਾਨੂੰ ਇੰਨਾ ਕਿਹੜੀ ਗੱਲ ਹੋ ਗਈ ਯਾਰ, ਤਾਰ ਖਿੱਚਤੀ, ਜਾਖੜ ਸਾਹਿਬ ਦਾ ਨਾਂ ਲੈਣ ਤੇ ਹੀ ਕੰਮ ਹੋ ਗਿਆ। ਇਸ ਤਰ੍ਹਾਂ ਹੀ ਪੰਜਾਬ ਦਾ ਵੀ ਕੰਮ ਕਾਂਗਰਸ ਦਾ ਨਾਂ ਲੈਣ ਤੇ ਹੋ ਜਾਂਦਾ। ਮਗਰ ਮੋਟੀ ਜੀ ਗੱਲ ਅੱਜ ਮੈਂ ਜਾਖੜ ਸਾਹਿਬ ਨੂੰ ਪੁੱਛਦਾ, ਅੱਜ ਦੋ ਜਿੱਤਾਂ ਦਾ ਉਹਨਾਂ ਨੇ ਬਾਰ-ਬਾਰ ਜ਼ਿਕਰ ਕੀਤਾ, ਇੱਕ ਅਬੋਹਰ ਦਾ ਤੇ ਇੱਕ ਗੁਰਦਾਸਪੁਰ ਦਾ। ਭਾਵੇਂ ਗੁਰਦਾਸਪੁਰ ਤੋਂ ਉਹਨਾਂ ਨੂੰ ਲੋਕਾਂ ਨੇ ਵੇਲਾ ਕਰਤਾ ਸੀ, ਮਗਰ ਚਲੋ ਅੱਜ ਅਬੋਹਰ ਜਿੱਤੇ ਆ। ਕੀ ਜਾਖੜ ਸਾਹਿਬ ਕਹਿਣਗੇ, ਇਸ ਹਿੰਮਤ 'ਚ ਕਹਿ ਦੇਣਗੇ ਕਿ ਅਗਲੀ ਇਲੈਕਸ਼ਨ ਉਹ ਵਿਧਾਨ ਸਭਾ ਦੀ ਉੱਥੋਂ ਲੜਨਗੇ, ਕਿਉਂਕਿ ਅਬੋਹਰ ਵਾਲਿਆਂ ਨੇ ਉਹਨਾਂ ਨੂੰ ਉੱਥੋਂ ਵਿਹਲੇ ਕੀਤਾ ਹੋਇਆ। ਔਰ ਜਿਸ ਧੱਕੇ ਦੇ ਜ਼ੋਰ ਨਾਲ ਕਾਂਗਰਸ ਇਲੈਕਸ਼ਨ ਜਿੱਤੀ ਆ, ਜੋ ਮਰਡਰ ਆਫ ਡੈਮੋਕ੍ਰੇਸੀ ਹੋਇਆ, ਇਹ ਕਿਸੇ ਨੂੰ ਭੁੱਲਿਆ ਨਹੀਂ। 2-3 ਵਰਕਰਾਂ ਦੀ, ਅਕਾਲੀ ਵਰਕਰਾਂ ਦੀ ਇਹਦੇ 'ਚ ਜਾਨ ਚਲੀ ਗਈ। ਦੇਖੋ, ਡੈਥ ਹੋ ਜਾਣੀ ਇਲੈਕਸ਼ਨ ਰਿਲੇਟਡ, ਇਹ ਤੋਂ ਵੱਡਾ ਵਾਇਲੈਂਸ ਕੀ ਹੋ ਸਕਦਾ? ਬਾਕੀ ਗੱਲਾਂ ਛੱਡ ਦਿਓ, ਸੁਖਬੀਰ ਜੀ ਤੇ ਆਰਓ ਤੇ ਦਫ਼ਤਰ 'ਚ ਪਥਰਾਅ ਹੋ ਗਿਆ, ਲੋਕਾਂ ਦੇ ਘਰਾਂ 'ਚ ਵੜ ਕੇ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਗਈਆਂ, ਸਾਡੀਆਂ ਧੀਆਂ ਭੈਣਾਂ ਨੂੰ ਬੇਇੱਜ਼ਤ ਕੀਤਾ ਗਿਆ। ਇਸ ਲਈ ਜੇ ਇਹੋ ਜਿਹੀਆਂ ਗੱਲਾਂ ਮੈਂ ਕਰਨ ਲੱਗਾ ਤੇ ਦੇयर ਬੀ ਟੂ ਮੈਨੀ ਐਗਜ਼ਾਮਪਲਸ। ਮਗਰ ਮੋਟੇ ਤੌਰ ਤੇ ਇਹ ਡੈਥਸ ਤੋਂ ਬਾਵਜੂਦ ਵੀ ਲੋਕੀ ਖੜੇ ਰਹੇ ਇਸ ਹੱਕ ਸੱਚ ਲਈ। ਮੈਂ ਲੋਕਾਂ ਦਾ ਧੰਨਵਾਦ ਕਰਦਾ ਹੋਇਆ ਇਹ ਸਮਝਦਾ
ਦੀ ਪੁੱਠੀ ਗਿਣਤੀ ਇਹਨਾਂ ਚੋਣਾਂ ਤੋਂ ਹੁਣ ਸ਼ੁਰੂ ਹੋ ਗਈ ਹੈ ਔਰ ਵੱਡੀ ਜਿੱਤ ਮਾਝੇ 'ਚ, ਕਿਉਂਕਿ ਸਾਡੇ ਸਾਊਥ ਹਲਕੇ ਦੀ ਇਲੈਕਸ਼ਨ ਹੋਈ ਹੈ ਵਾਰਡ ਨੰਬਰ 37 ਦੀ। ਦੇਖੋ ਉਹਨੂੰ ਕੋਈ ਹਾਰ ਮੰਨੇ, ਠੀਕ ਹੈ, ਹਾਰ ਜਿੱਤ 'ਚ ਨਹੀਂ ਮੈਂ ਜਾਂਦਾ, ਮਗਰ 1500 ਵੋਟ ਨੂੰ ਕਵਰ ਕਰਕੇ 137 ਵੋਟਾਂ ਨਾਲ ਕੱਲੀ ਹਾਰ ਹੋਣੀ, ਇਕੱਲੇ 130 37 ਮੈਂ ਕਹਿ ਗਿਆ, ਕੱਲੇ 130 ਵੋਟਾਂ ਨਾਲ 3 ਰਾਉਂਡ 'ਚ ਗਿਣਤੀ, 2 ਰਾਉਂਡ ਸ਼੍ਰੋਮਣੀ ਅਕਾਲੀ ਦਲ ਲੀਡ ਕਰਦਾ ਹੈ। ਔਰ ਸਭ ਨੂੰ ਪਤਾ ਕਿ ਉੱਥੇ ਕਿਸ ਤਰੀਕੇ ਦੀ ਧੱਕੇਸ਼ਾਹੀ ਤੇ ਧਾਂਦਲੀ ਹੋਈ ਆ। ਜਿਹੜਾ SHO ਉਹਦੇ ਬਾਰੇ ਅਸੀਂ ਲਿਖ ਕੇ ਦਿੱਤਾ, ਉਹ ਤਾਂ ਆਪ ਸਨਮਾਨਿਤ ਹੁੰਦਾ ਫਿਰਦਾ ਸੀ ਔਰ ਆਪ ਕਹਿੰਦਾ ਫਿਰਦਾ ਸੀ, ਰਾਜਵਿੰਦਰ ਉਹਦਾ ਕੀ ਨਾਂ ਸੀ, ਲਿਖਤੀ ਅਸੀਂ ਇਲੈਕਸ਼ਨ ਕਮਿਸ਼ਨ 'ਚ ਦੇ ਕੇ ਆਏ ਸਾਂ ਕਿ ਇਹ ਤਾਂ ਆਪ ਵੋਟਾਂ ਮੰਗਦਾ ਫਿਰ ਰਿਹਾ। ਜਦੋਂ ਪੁਲਿਸ ਨੇ ਕਿਹਾ ਕਿ ਜਿਹੜਾ ਬੰਦਾ ਕਾਂਗਰਸ ਨੂੰ ਵੋਟ ਨਹੀਂ ਪਾਊ ਤੇ ਉੱਤੇ ਅੱਗੇ 307 ਲੱਗੂ ਜਾਂ 452 ਲੱਗੂ, ਤੇ ਹਰੇਕ ਕੋਈ ਇੰਨਾ ਨਹੀਂ ਜਿਹੜਾ ਐਡਾ ਤਗੜੇ ਹੋ ਕੇ ਇਹਦਾ ਸਾਹਮਣਾ ਕਰ ਸਕੇ। ਮਗਰ ਮੈਂ ਸਮਝਦਾ ਲੋਕ ਫੇਰ ਉੱਠ ਖਲੋਤੇ ਆ। 1.5 ਸਾਲ ਦੇ ਅੰਦਰ 1400 ਵੋਟ ਕਵਰ ਕਰਕੇ 100 ਦਾ ਮਤਲਬ ਕਿ 70 ਵੋਟਾਂ ਇੱਧਰ ਦੀਆਂ ਉੱਧਰ, 75 ਵੋਟਾਂ ਇੱਧਰ ਦੀਆਂ ਉੱਧਰ ਪੈ ਜਾਂਦੀਆਂ ਤੇ ਰਿਜ਼ਲਟ ਕੁਛ ਦਾ ਕੁਛ ਹੋਣਾ ਸੀ। ਇਸ ਲਈ ਭਾਵੇਂ CM ਹਾਊਸ ਦੇ ਦਖਲ ਦੇ ਬਾਵਜੂਦ ਵੀ ਜੋ ਮਾਝੇ ਦੇ ਸਾਡੇ ਬਹਾਦਰ ਵਰਕਰਾਂ ਨੇ, ਸਾਡੇ ਕੈਂਡੀਡੇਟਾਂ ਨੇ, ਸਾਡੇ ਜੁਝਾਰੂ ਵੋਟਰਾਂ ਨੇ ਜੋ ਹਿੰਮਤ ਨਾਲ ਇਹ ਲੜਾਈ ਲੜੀ ਆ, ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦਾ ਧੰਨਵਾਦ ਕਰਦਾ। ਜਿਹੜੀ ਤੁਸੀਂ ਗੱਲ ਕੀਤੀ ਆ, ਕਹਿੰਦਾ ਕਿ ਮੁਕਾਬਲਾ ਹੁਣ ਕਾਂਗਰਸ ਤੇ ਅਕਾਲੀ ਦਲ 'ਚ ਰਹਿ ਗਿਆ, ਇਹਦੇ ਪਿੱਛੇ ਫੈਕਟ ਕੀ ਨੇ? ਇੱਕ ਤੇ BJP ਨੂੰ ਕੋਈ ਸੀਟ ਨਹੀਂ ਮਿਲੀ, ਜੇ ਮਿਲੀਆਂ ਝਾਰਖੰਡ ਤੋਂ ਬਹੁਤ ਘੱਟ ਮਿਲੀਆਂ। ਇਹ ਅੰਦੋਲਨ ਦਾ ਅਸਰ ਹੈ ਜਾਂ ਅਕਾਲੀ ਦਲ ਆਪਣੀ ਗੱਲ ਕਹਿਣ ਦੇ ਵਿੱਚ ਕਾਮਯਾਬ ਪੂਰੀ ਤਰ੍ਹਾਂ ਹੋ ਰਿਹਾ ਹੈ, ਜਿਵੇਂ ਕਿ 2017 ਦੇ ਵਿੱਚ ਇੱਕ ਮਾਹੌਲ ਬਣਿਆ ਸੀ, ਉਵੇਂ ਨਹੀਂ ਸੀ ਹੋਇਆ? ਦੇਖੋ, ਸਭ ਤੋਂ ਪਹਿਲਾਂ ਸ਼੍ਰੋਮਣੀ